Good morning, students. My name is Jaspreet Kaur. Now we will study the chapter first of class 10th. The chapter name is Chemical Reaction and Equation. Consider the following situations of daily life and think what happens when milk is left at room temperature during the summer. ਜਦੋਂ ਆਪਾਂ ਕਹਿੰਦੇ ਗਰਮੀਆਂ ਦੇ ਵਿੱਚ ਦੁੱਧ ਨੂੰ ਦੁਪਹਿਰ ਦੇ ਵਿੱਚ ਰੂਮ ਟੈਂਪਰੇਚਰ 'ਤੇ ਰੱਖ ਦਈਏ, ਬਾਹਰ ਰੱਖ ਦਈਏ ਫਰਿੱਜ ਤੋਂ ਬਾਹਰ। ਆਇਰਨ ਤਵਾ ਪੈਨ ਨੇਲ ਇਜ਼ ਲੈਫਟ ਐਕਸਪੋਜ਼ਡ ਟੂ ਹਿਊਮਿਡ ਐਟਮੋਸਫੇਅਰ। ਮਤਲਬ ਪਹਿਲਾਂ ਆਪਾਂ ਕੋਈ ਵੀ ਲੋਹੇ ਵਗੈਰਾ ਦਾ ਤਵਾ ਜਾਂ ਕੁਛ ਵੀ ਕਿੱਲ ਲੈ ਲਓ, ਆਪਾਂ ਉਹਨੂੰ ਬਾਹਰ ਰੱਖ ਦਈਏ ਐਟਮੋਸਫੇਅਰ ਦੇ ਵਿੱਚ, ਜਿਹਦੇ ਉੱਤੇ ਬਾਰਿਸ਼ ਵੀ ਉੱਦਾਂ ਹੀ ਆਉਂਦੀ ਰਹੇ, ਮਤਲਬ ਸਭ ਕੁਛ ਉੱਦਾਂ ਹੀ ਨੀਲੇ ਆਸਮਾਨ ਦੇ ਨੀਚੇ ਰੱਖ ਦਈਏ। grapes get fermented, food is cooked, food gets digested in our body, we respire। ਮਤਲਬ ਕਿ ਆਪਾਂ ਜਿਹੜਾ ਖਾਣਾ ਬਣਾਉਂਦੇ ਆ ਜਾਂ ਆਪਣੀ ਬੋਡੀ ਦੇ ਵਿੱਚ ਖਾਣਾ ਹਜ਼ਮ ਹੁੰਦਾ ਜਾਂ ਆਪਾਂ ਸਾਹ ਲੈਂਦੇ ਆ ਜਾਂ ਅੰਗੂਰ ਵਗੈਰਾ ਖੱਟੇ ਵਗੈਰਾ ਹੁੰਦੇ ਨੇ ਕੁਛ ਵੀ। in observation the nature and the identity of the initial substances have somewhat changes। ਕਹਿੰਦੇ ਉੱਪਰਲੇ ਜਿਹੜੇ ਆਪਾਂ ਲੈ ਕੇ ਚੱਲੇ ਆ ਨਾ ਕੰਡੀਸ਼ਨਸ ਦਾ, ਕਹਿੰਦੇ ਨੇਚਰ ਆ ਜਾਂ ਉਹਦਾ ਕੋਈ ਵੀ ਇਨੀਸ਼ੀਅਲ ਦਾ, ਕਹਿੰਦੇ ਉਹ ਹੌਲੀ ਹੌਲੀ ਉਹਦੇ ਵਿੱਚ ਕੁਛ ਨਾ ਕੁਛ ਚੇਂਜ ਆਉਂਦਾ ਗਾ। ਮਤਲਬ ਉੱਪਰ ਜਿਹੜੀਆਂ ਆਪਾਂ ਕੰਡੀਸ਼ਨਸ ਲੈ ਕੇ ਚੱਲੇ ਆਂਗੇ, ਆਪਾਂ ਸਾਹ ਲੈਂਦੇ ਹਾਂ ਜਾਂ ਆਪਾਂ ਦੁੱਧ ਨੂੰ ਰੱਖ ਦਿੰਦੇ ਹਾਂ ਰੂਮ ਟੈਂਪਰੇਚਰ ਦੇ ਵਿੱਚ ਗਰਮੀਆਂ ਦੇ ਵਿੱਚ ਬਾਹਰ, ਕਹਿੰਦੇ ਉਹਦੇ ਜਿਹੜੀ ਆਪਾਂ ਸ਼ੁਰੂ 'ਚ ਰੱਖਦੇ ਹਾਂ, ਜਿਵੇਂ ਦੁੱਧ ਸ਼ੁਰੂ 'ਚ ਰੱਖਦੇ ਆਂਗੇ ਆਪਾਂ ਗਰਮੀਆਂ ਦੇ ਵਿੱਚ ਬਾਹਰ, ਅਤੇ 2-3 ਦਿਨ ਪਿਆ ਰਿਹਾ ਤਾਂ ਦੁੱਧ ਖੱਟਾ ਹੋ ਜਾਂਦਾ, ਖਰਾਬ ਹੋ ਜਾਂਦਾ, ਫਟ ਜਾਂਦਾ ਸੌਰੀ। ਅਤੇ ਕਹਿੰਦੇ ਉਹਦੇ ਵਿੱਚ ਕੁਛ ਨਾ ਕੁਛ ਇਨੀਸ਼ੀਅਲ ਤੋਂ ਲੈ ਕੇ ਹੁਣ ਤੱਕ 2-3 ਦਿਨਾਂ ਤੱਕ ਇਹ ਚੇਂਜ ਆਉਂਦਾ ਗਾ। We have already learned about the physical and chemical changes of matter in our previous classes। ਕਹਿੰਦੇ ਆਪਾਂ ਪਿਛਲੀਆਂ ਕਲਾਸਿਸ ਦੇ ਵਿੱਚ ਫਿਜ਼ੀਕਲ ਅਤੇ ਕੈਮੀਕਲ ਚੇਂਜ ਹੁੰਦੇ ਨੇ ਮੈਟਰ ਦੇ ਵਿੱਚ, ਆਪਾਂ ਉਹ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਵੈਨ ਐਵਰ ਅ ਕੈਮੀਕਲ ਚੇਂਜ ਓਕਰ ਵੀ ਸੇ ਡੈਟ ਦਾ ਕੈਮੀਕਲ ਰਿਐਕਸ਼ਨ ਟੇਕ ਪਲੇਸ। ਕਹਿੰਦੇ ਜਦੋਂ ਵੀ ਕੋਈ ਮਤਲਬ ਆਪਾਂ ਨੂੰ ਚੀਜ਼ ਦਿਖ ਨਹੀਂ ਰਹੀ, ਜਿਵੇਂ ਕਿ ਦੁੱਧ ਖਰਾਬ ਹੋ ਰਿਹਾ, ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਉਹਦੇ ਵਿੱਚ ਕੀ ਕੈਮੀਕਲ ਰਿਐਕਸ਼ਨ ਹੋ ਰਹੀ ਆ, ਠੀਕ ਹੈ, ਨਹੀਂ ਪਤਾ ਲੱਗ ਰਿਹਾ। ਮਤਲਬ ਫੂਡ ਕੁੱਕ, ਉਹ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਫੂਡ ਆਪਣੇ ਕੋਲ ਕੁੱਕ ਹੋ ਰਿਹਾ ਗਾ। ਅਤੇ ਮਤਲਬ ਐਵੇਂ ਇਹੋ ਜਿਹੀ ਕੋਈ ਵੀ ਆਪਣੇ ਕੋਲ ਕੈਮੀਕਲ ਚੇਂਜ ਓਕਰ ਹੋ ਰਿਹਾ ਕਿ ਜੋ ਆਪਾਂ ਨੂੰ ਦਿਖ ਨਹੀਂ ਰਿਹਾ ਬਟ ਹੋ ਰਿਹਾ ਗਾ, ਉਹਨੂੰ ਕੈਮੀਕਲ ਕਹਿ ਦਿੰਦੇ ਹੈਗੇ। ਫਿਜ਼ੀਕਲ ਹੁੰਦਾ ਜੋ ਆਪਾਂ ਨੂੰ ਦਿਖ ਰਿਹਾ, ਟੱਚ ਵਗੈਰਾ ਵੀ ਕਰ ਸਕਦੇ ਆਪਾਂ ਫਿਜ਼ੀਕਲ ਚੇਂਜ ਕਹਿ ਦਿੰਦੇ ਹੈਗੇ, ਓਕਰ ਕਰਦਾ। ਕਹਿੰਦੇ ਆਪਾਂ ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਆਪਾਂ ਕਹਿ ਦਿੰਦੇ ਹਾਂ ਕਿ ਕੈਮੀਕਲ ਰਿਐਕਸ਼ਨ ਓਕਰ ਕਰ ਰਹੀ ਹੈ ਉਸ ਥਾਂ 'ਤੇ, ਠੀਕ ਹੈ। You may perhaps to wondering as to what is actually meant by the chemical reaction। ਕਹਿੰਦੇ ਸੋਚ ਤਾਂ ਰਹੇ ਹੋਵੋਗੇ ਕਿ ਕੈਮੀਕਲ ਰਿਐਕਸ਼ਨ ਹੈ ਕੀ ਚੀਜ਼। How do we come to know that a chemical reaction has take place। ਕਹਿੰਦੇ ਆਪਾਂ ਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਕੈਮੀਕਲ ਰਿਐਕਸ਼ਨ ਹੋ ਰਹੀ ਹੈ। Let us perform some activities to find the answer of these question। ਆਪਾਂ ਕੁਝ ਐਕਟੀਵਿਟੀਜ਼ ਕਰਕੇ ਦੇਖਾਂਗੇ ਤਾਂ ਜੋ ਆਪਾਂ ਨੂੰ ਆਪਣੇ ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਣ। ਸੋ ਐਕਟੀਵਿਟੀ 1.1 ਐਕਟੀਵਿਟੀ ਨੀਡਸ ਇਹਦੇ ਵਿੱਚ ਆਪਾਂ ਕੀ ਕਰਾਂਗੇ, ਕਲੀਨ ਦਾ ਮੈਗਨੀਸ਼ੀਅਮ ਰਿਬਨ ਅਬਾਊਟ 3-4 ਸੈਂਟੀਮੀਟਰ ਲੌਂਗ ਬਾਈ ਰਬਰਿੰਗ ਇਟ ਵਿਦ ਦਾ ਸੈਂਡ ਪੇਪਰ। ਕਹਿੰਦੇ ਆਪਾਂ ਇੱਕ ਮੈਗਨੀਜ਼ੀਅਮ ਰਿਬਨ ਲੈ ਲਾਂਗੇ 3-4 ਸੈਂਟੀਮੀਟਰ ਲੰਬਾ, ਅਤੇ ਕਹਿੰਦੇ ਉਹਨੂੰ ਸਾਫ਼ ਕਰ ਲਾਂਗੇ ਸੈਂਡ ਪੇਪਰ ਨਾਲ। ਬਿਕੋਜ਼ ਸੈਂਡ ਪੇਪਰ ਨਾਲ ਉਹਨੂੰ ਸਾਫ਼ ਕਿਉਂ ਕਰਾਂਗੇ, ਉਹਦੇ ਉੱਤੇ ਡਸਟ ਵਗੈਰਾ ਪਾਰਟੀਕਲ ਪਏ ਹੁੰਦੇ ਤਾਂ ਆਪਾਂ ਕੈਮੀਕਲ ਰਿਐਕਸ਼ਨ ਓਕਰ ਕਰਵਾਉਣੀ ਆ। ਤਾਂ ਛੋਟੀ ਤੋਂ ਛੋਟੀ ਚੀਜ਼ ਕੈਮੀਕਲ ਰਿਐਕਸ਼ਨ ਨੂੰ ਕੀ ਆ, ਇਫੈਕਟ ਕਰਦੀ ਆ, ਆਪਣੀ ਰਿਐਕਸ਼ਨ ਦੇ ਵਿੱਚ ਚੇਂਜ ਲਿਆ ਸਕਦੀ ਆ। ਲਿਟਲ ਬਿਟ ਵੀ ਚੇਂਜ ਆ ਗਿਆ ਤਾਂ ਰਿਐਕਸ਼ਨ ਦੇ ਵਿੱਚ ਤਾਂ ਕਾਫੀ ਚੇਂਜ ਹੋ ਜਾਊਗਾ, ਰਿਜ਼ਲਟ ਵਿੱਚ ਕਾਫੀ ਚੇਂਜ ਆ ਜਾਂਦਾ, ਓਬਜ਼ਰਵੇਸ਼ਨਸ ਕਾਫੀ ਚੇਂਜ ਹੋ ਜਾਂਦੇ, ਤੁਸੀਂ ਹਾਇਰ ਕਲਾਸਿਸ ਦੇ ਵਿੱਚ ਦੇਖੋਗੇ। ਤਾਂ ਕਰਕੇ ਆਪਾਂ ਉਹਨੂੰ ਸੈਂਡ ਪੇਪਰ ਨਾਲ ਮਤਲਬ ਸਾਫ਼ ਕਰ ਲਾਂਗੇ, ਰਬਰਿੰਗ ਵਿਦ ਇਟ ਵਿਦ ਸੈਂਡ ਪੇਪਰ। ਹੋਲਡ ਇਟ ਵਿਦ ਅ ਪੇਅਰ ਆਫ ਟੰਗਸ in this figure, okay। hold it with the pair of tongues, burn it using the spirit lamp or a burner and collect the ash formed in the watch glass as shown in figure 1.1। ਹੁਣ ਤੁਸੀਂ ਦੇਖੋਗੇ ਕਿ ਆਪਾਂ ਕੀ ਕੀਤਾ ਕਿ ਰਿਬਨ ਲੈਤਾ ਅਤੇ ਆਪਾਂ ਉਹਨੂੰ ਮਤਲਬ ਉਹਦੇ ਨਾਲ ਲੈਤਾ ਪੇਅਰ ਆਫ ਟੰਗਸ ਜਿਹਨਾਂ ਪਕੜਿਆ ਹੋਇਆ ਉਹ ਪੇਅਰ ਆਫ ਟੰਗਸ ਨੇ, ਅਤੇ ਆਪਾਂ ਉਹਨੂੰ ਦੇਖੇ ਵਰਨਰ 'ਤੇ ਉਹਨੂੰ ਕੀ ਆ ਮਚਾਉਣਾ ਸ਼ੁਰੂ ਕੀਤਾ, ਅਤੇ ਨੀਚੇ ਆਪਾਂ ਇੱਕ ਗਲਾਸ ਰੱਖ ਲਿਆ, ਵਾਚ ਗਲਾਸ, ਜਿਹਦੇ ਵਿੱਚ ਕਿ ਚਿੱਟਾ ਪਾਊਡਰ ਆ ਕੇ ਮਤਲਬ ਉਹ ਕੀ ਕਹਿੰਦੇ ਹੁੰਦੇ ਆਪਾਂ ਰਾਖ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਚਿੱਟੀ ਉਹਦੇ ਵਿੱਚ ਕਲੈਕਟ ਕਰਦੇ ਹਾਂ ਆਪਾਂ, ਜਿਵੇਂ ਕਿ ਆਪਾਂ ਨੂੰ ਇਸ ਫਿਗਰ ਦੇ ਵਿੱਚ ਇਹਨਾਂ ਨੇ ਕੀ ਆਪਾਂ ਨੂੰ ਦਿਖਾਇਆ ਗਾ, ਠੀਕ ਹੈ।
ਵਰਨ ਦਾ ਮੈਗਨੀਸ਼ੀਅਮ ਰਿਬਨ ਕੀਪਿੰਗ ਇਟ ਅਵੇ ਐਜ਼ ਫਾਰ ਪੋਸੀਬਲ ਫਰੋਮ ਆਵਰ ਆਈਜ਼। ਥੋੜ੍ਹੀ ਜਿਹੀ ਅੱਖਾਂ ਤੋਂ ਦੂਰ ਰੱਖ ਕੇ ਕੋਸ਼ਿਸ਼ ਕਰਿਓ, ਤਾਂ ਹੀ ਤਾਂ ਇਹਨਾਂ ਨੇ ਕਿਹਾ ਕਿ ਸੂਟੇਬਲ ਆਈ ਗਲਾਸਿਸ ਆਪਾਂ ਪਹਿਨਣੀਆਂ ਹੈਗੀਆਂ ਸਟਾਰਟਿੰਗ ਦੀ ਲਾਈਨ ਵਿੱਚ। ਵਟ ਡੂ ਯੂ ਓਬਜ਼ਰਵ, ਕਹਿੰਦੇ ਤੁਸੀਂ ਕੀ ਓਬਜ਼ਰਵ ਕਰੋਗੇ। ਸੋ ਵੀ ਵਿਲ ਸੀ ਨੈਕਸਟ ਆਪਾਂ ਕੀ ਓਬਜ਼ਰਵ ਕਰਦੇ ਹਾਂ। You must have observed that the magnesium ribbon worn with a ਡੈਜ਼ਲਿੰਗ ਵਾਈਟ ਫਲੇਮ, ਕਹਿੰਦੇ ਜਦੋਂ ਉਹ ਰਿਬਨ ਮੱਚਦਾ ਤਾਂ ਵਾਈਟ ਫਲੇਮ, ਉਹ ਜਿਵੇਂ ਆਪਣੇ ਗੈਸ ਵਿੱਚ ਰੈੱਡ ਜਾਂ ਬਲੂ ਫਲੇਮ ਨਿਕਲਦੀ ਆ ਅਤੇ ਵਾਈਟ ਫਲੇਮ ਹੁੰਦੀ ਆ। ਐਂਡ ਚੇਂਜਸ ਇਨਟੂ ਦਾ ਵਾਈਟ ਪਾਊਡਰ, ਅਤੇ ਇਹ ਜਿਹੜਾ ਨੀਚੇ ਉਹ ਡਿੱਗਦੇ ਐਸ਼ਸ ਡਿੱਗਣੀਆਂ ਹੁੰਦੀਆਂ ਗੀਆਂ, ਉਹ ਹੁੰਦਾ ਬੂਰਾ ਜਿਹਾ, ਉਹ ਵਾਈਟ ਹੋਊਗਾ। ਦਿਸ ਪਾਊਡਰ ਇਜ਼ ਮੈਗਨੀਜ਼ੀਅਮ ਆਕਸਾਈਡ, ਜਿਹੜਾ ਇਹ ਪਾਊਡਰ ਹੋਊਗਾ ਜਿਹੜਾ ਵਾਈਟ ਜਿਹਾ, ਇਹਨੂੰ ਆਪਾਂ ਮੈਗਨੀਸ਼ੀਅਮ ਆਕਸਾਈਡ ਕਹਿੰਦੇ ਆ। ਇਟ ਇਜ਼ ਫਾਰਮ ਡਿਊ ਟੂ ਦ ਰਿਐਕਸ਼ਨ ਬਿਟਵੀਨ ਦ ਮੈਗਨੀਜ਼ੀਅਮ ਐਂਡ ਦ ਆਕਸੀਜਨ ਪ੍ਰੈਜ਼ੈਂਟ ਇਨ ਦੀ ਏਅਰ। ਆਕਸੀਜਨ ਆਪਣੀ ਏਅਰ, ਆਪਾਂ ਸਾਹ ਕਿਵੇਂ ਲੈ ਪਾਉਂਦੇ, ਕਿਉਂਕਿ ਆਪਣੀ ਏਅਰ ਦੇ ਵਿੱਚ ਆਕਸੀਜਨ ਹੁੰਦੀ ਹੈ। ਮੈਗਨੀਜ਼ੀਅਮ ਆਪਾਂ ਬਰਨ ਕਰ ਰਹੇ ਹਾਂ, ਏਅਰ ਵਿੱਚ ਆਕਸੀਜਨ ਹੁੰਦੀ ਆ, ਤਾਂ ਕਰਕੇ ਮੈਗਨੀਜ਼ੀਅਮ ਅਤੇ ਆਕਸੀਜਨ ਦੀ ਰਿਐਕਸ਼ਨ ਹੁੰਦੀ ਹੈ, ਤਾਂ ਆਪਣੇ ਕੋਲ ਕੀ ਹੈ, ਮੈਗਨੀਜ਼ੀਅਮ ਆਕਸਾਈਡ ਬਣਦਾ ਹੈ। ਠੀਕ ਆ, ਅਤੇ ਹੁਣ ਆਪਾਂ ਐਕਟੀਵਿਟੀ 1.2 ਸਟੱਡੀ ਕਰ ਲੈਂਦੇ ਹਾਂ। ਕਹਿੰਦੇ ਟੇਕ ਲੈਡ ਨਾਈਟ੍ਰੇਟ ਸੋਲਿਊਸ਼ਨ ਇਨ ਅ ਟੈਸਟ ਟਿਊਬ, ਐਡ ਪੋਟਾਸ਼ੀਅਮ ਆਇਓਡਾਈਡ ਸੋਲਿਊਸ਼ਨ ਟੂ ਦਿਸ। ਕਹਿੰਦੇ ਆਪਾਂ ਇੱਕ ਟੈਸਟ ਟਿਊਬ ਦੇ ਵਿੱਚ ਲੈਡ ਨਾਈਟ੍ਰੇਟ ਲੈ ਲਾਂਗੇ, ਸੋਲਿਊਸ਼ਨ ਲੈ ਲਾਂਗੇ, ਉਹਦੇ ਵਿੱਚ ਪੋਟਾਸ਼ੀਅਮ ਆਇਓਡਾਈਡ ਸੋਲਿਊਸ਼ਨ ਮਿਕਸ ਕਰ ਦਾਂਗੇ। ਵਟ ਡੂ ਯੂ ਓਬਜ਼ਰਵ, ਕਹਿੰਦੇ ਤੁਸੀਂ ਕੀ ਓਬਜ਼ਰਵ ਕਰੋਗੇ। ਦੇਖਦੇ ਹਾਂ ਐਕਟੀਵਿਟੀ 1.3। ਟੇਕ ਅ ਫਿਊ ਜਿੰਕ ਗ੍ਰੈਨਲਸ ਇਨ ਅ ਕਨੋਨੀਕਲ ਫਲਾਸਕ ਐਜ਼ ਅ ਔਰ ਅ ਟੈਸਟ ਟਿਊਬ, ਕਹਿੰਦੇ ਆਪਾਂ ਕੁਛ ਕੁ ਕੀ ਲਵਾਂਗੇ, ਆਪਾਂ ਲੈ ਲਾਂਗੇ ਕੁਛ ਕੁ ਜਿੰਕ ਗ੍ਰੈਨਲਸ ਦੇ ਟੁਕੜੇ ਲੈ ਲਾਂਗੇ ਕੁਛ ਕੁ, ਇੱਕ ਟੈਸਟ ਟਿਊਬ ਦੇ ਵਿੱਚ। ਐਡ ਡਿਲੂਟ ਹਾਈਡਰੋਕਲੋਰਿਕ ਐਸਿਡ ਔਰ ਸਲਫਿਊਰਿਕ ਐਸਿਡ ਇਨ ਫਿਗਰ 1.2 ਸੀ। ਇਸ ਵਿੱਚ ਦੇਖੋ ਆਪਾਂ ਦੇਖ ਰਹੇ ਹਾਂ, ਕਹਿੰਦੇ ਵਿੱਚ ਆਪਾਂ ਕੁਛ ਡਿਲੂਟ ਹਾਈਡਰੋਕਲੋਰਿਕ ਐਸਿਡ ਹੈ ਜਾਂ ਸਲਫਿਊਰਿਕ ਐਸਿਡ ਐਡ ਕਰਾਂਗੇ। ਕਹਿੰਦੇ ਆਪਾਂ ਇਹ ਐਸਿਡ ਐਡ ਕਰ ਰਹੇ ਹਾਂ, ਤਾਂ ਕਰਕੇ ਥੋੜ੍ਹਾ ਜਿਹਾ ਧਿਆਨ ਨਾਲ ਹੈਂਡਲ ਕਰਨਾ। ਡੂ ਯੂ ਓਬਜ਼ਰਵ ਐਨੀਥਿੰਗ ਹੈਪਨਿੰਗ ਅਰਾਊਂਡ ਦੈਨ ਦ ਗ੍ਰੈਨਲਸ, ਕਿ ਤੁਸੀਂ ਦੇਖ ਰਹੇ ਹੋ ਕਿ ਜੋ ਆਪਾਂ ਗ੍ਰੈਨਲਸ ਦੇ ਅਰਾਊਂਡ ਕੀ ਹੈਪਨ ਹੋ ਰਿਹਾ। ਟੱਚ ਦਾ ਕਨੋਨੀਕਲ ਫਲਾਸਕ ਔਰ ਟੈਸਟ ਟਿਊਬ, ਕਹਿੰਦੇ ਜਿਹੜੀ ਆਪਾਂ ਉਹਦੇ ਵਿੱਚ ਰਿਐਕਸ਼ਨ ਹੋ ਰਹੀ ਹੈ ਨਾ, ਜਿਹਦੇ ਵਿੱਚ ਆਪਾਂ ਪਹਿਲਾਂ ਜਿੰਕ ਗ੍ਰੈਨਲਸ ਪਾਏ, ਫਿਰ ਉਹਦੇ ਵਿੱਚ ਡਿਲੂਟ ਸਲਫਿਊਰਿਕ ਐਸਿਡ ਪਾਇਆ, ਅਤੇ ਆਪਾਂ ਦੇਖਾਂਗੇ ਕਿ ਜਦੋਂ ਤੁਸੀਂ ਟੈਸਟ ਟਿਊਬ ਨੂੰ ਟੱਚ ਕਰਾਂਗੇ, ਕਹਿੰਦੇ ਤੁਹਾਨੂੰ ਕੀ ਫੀਲ ਹੋ ਰਿਹਾ। ਕਹਿੰਦੇ ਟੱਚ ਤਾਂ ਕਹਿੰਦੇ ਇਜ਼ ਦੇਅਰ ਇਜ਼ ਐਨੀ ਚੇਂਜ ਇਨ ਟੈਂਪਰੇਚਰ, ਕਹਿੰਦੇ ਰੂਮ ਟੈਂਪਰੇਚਰ ਅਤੇ ਉਹ ਫਲਾਸਕ ਨੂੰ ਜੇ ਆਪਾਂ ਟੱਚ ਕਰਕੇ ਦੇਖਦੇ, ਕਹਿੰਦੇ ਟੈਂਪਰੇਚਰ ਦਾ ਕੋਈ ਡਿਫਰੈਂਸ ਆ ਰਿਹਾ ਹੈਗਾ। ਅਗੇਨ ਸੀ ਦਿਸ ਫਿਗਰ। So from the above these three activities we can see that any of the following observation help us to determine whether the chemical reaction has taken place। ਕਹਿੰਦੇ ਜਦੋਂ ਆਪਾਂ ਉੱਪਰਲੀ ਤਿੰਨ ਐਕਟੀਵਿਟੀਜ਼ ਕੀਤੀਆਂ ਕਿ ਮਤਲਬ ਆਪਾਂ ਜਦੋਂ ਉੱਪਰਲੀ ਤਿੰਨ ਐਕਟੀਵਿਟੀ ਕੀਤੀ ਤਾਂ ਆਪਾਂ ਦੇਖਿਆ ਕਿ ਉਹਨਾਂ ਦੀ ਓਬਜ਼ਰਵੇਸ਼ਨ ਲੈਤੀ, ਤਾਂ ਉੱਥੋਂ ਪਤਾ ਲੱਗਦਾ ਕਿ ਹਾਂ ਕਿ ਕੈਮੀਕਲ ਰਿਐਕਸ਼ਨ ਹੋ ਰਹੀ ਆ। ਮਤਲਬ ਪਹਿਲਾਂ ਇੱਕ ਮੈਗਨੀਸ਼ੀਅਮ ਰਿਬਨ ਸੀ, ਜਦੋਂ ਆਪਾਂ ਉਹਨੂੰ ਸਿਰਫ ਬਰਨ ਕਰਦੇ ਹਾਂ ਗੈਸ ਆਪਣੀ ਸਰਾਊਂਡਿੰਗ ਐਟਮੋਸਫੇਅਰ ਦੇ ਵਿੱਚ, ਜਿਹਦੇ ਵਿੱਚ ਕਿ ਆਕਸੀਜਨ ਹੁੰਦੀ ਹੈ, ਤਾਂ ਉਹ ਇੱਕ ਐਸ਼ਿਸ ਪਾਊਡਰ ਵਾਈਟ ਐਸ਼ਿਸ ਪਾਊਡਰ ਜਿਹਦਾ ਕਲਰ ਕਿ ਵਾਈਟ ਹੁੰਦਾ ਗਾ, ਉਹਦੇ ਵਿੱਚ ਕਨਵਰਟ ਹੁੰਦਾ ਗਾ। ਕਹਿੰਦੇ ਹੁਣ ਐਕਟੀਵਿਟੀ 1.3 ਦੇ ਵਿੱਚ ਤੁਸੀਂ ਕੀ ਦੇਖਦੇ ਹੋ, ਕਹਿੰਦੇ ਤੁਸੀਂ ਜਦੋਂ ਆਪਾਂ ਜਿੰਕ ਗ੍ਰੈਨਲਸ ਅਤੇ ਡਿਲੂਟ ਸਲਫਿਊਰਿਕ ਐਸਿਡ ਜਿੰਕ ਗ੍ਰੈਨਲਸ ਦੇ ਵਿੱਚ ਡਿਲੂਟ ਸਲਫਿਊਰਿਕ ਐਸਿਡ ਵਗੈਰਾ ਪਾਉਣੇ ਆ। ਕਹਿੰਦੇ ਜਦੋਂ ਆਪਾਂ ਫਲਾਸਕ ਨੂੰ ਟੱਚ ਕਰਦੇ ਹਾਂ ਕਿ ਦੇਖਦੇ ਕਿ ਰੂਮ ਟੈਂਪਰੇਚਰ ਅਤੇ ਫਲਾਸਕ ਨੂੰ ਟੱਚ ਕਰਦੇ ਹਾਂ ਉਹਦੇ ਟੈਂਪਰੇਚਰ ਦੇ ਵਿੱਚ ਕੋਈ ਡਿਫਰੈਂਸ ਹੁੰਦਾ। ਕਹਿੰਦੇ ਹਾਂ ਇੱਥੋਂ ਪਤਾ ਲੱਗਦਾ ਕਿ ਕੋਈ ਨਾ ਕੋਈ ਕੈਮੀਕਲ ਚੇਂਜ ਆ ਰਿਹਾ, ਬਟ ਉਹ ਆਪਾਂ ਨੂੰ ਦਿਖ ਨਹੀਂ ਰਿਹਾ ਕਿ ਕਿੱਦਾਂ ਵਗੈਰਾ ਆ ਰਿਹਾ। ਕਹਿੰਦੇ ਆਪਾਂ ਨੂੰ ਕਿਵੇਂ ਪਤਾ ਲੱਗਦਾ ਹਾਂ ਕਿ ਕੈਮੀਕਲ ਰਿਐਕਸ਼ਨ ਹੋ ਰਹੀ। ਕਹਿੰਦੇ ਇਹਦੇ ਕੋਈ 2-4 ਸਟੈਪ ਨੇ, ਕਿਵੇਂ ਫੀਲ ਕਰਦੇ ਆ ਕਿ ਕਹਿੰਦੀ ਚੇਂਜ ਇਨ ਸਟੇਟ। ਕਹਿੰਦੇ ਜਦੋਂ ਕੋਈ ਕੈਮੀਕਲ ਰਿਐਕਸ਼ਨ ਹੁੰਦੀ ਆ ਨਾ, ਜਦੋਂ ਕੈਮੀਕਲ ਰਿਐਕਸ਼ਨ ਹੁੰਦੀ ਤਾਂ ਉਹਦੀ ਮਤਲਬ ਸਟੇਟ ਚੇਂਜ ਹੋ ਜਾਂਦੀ ਹੈ। ਸਟੇਟ ਆਪਾਂ ਕਿ ਪ੍ਰੀਵੀਅਸ ਕਲਾਸਿਸ ਪੜ੍ਹ ਚੁੱਕੇ ਹਾਂ। ਸੋਲਿਡ ਲਿਕੁਇਡ ਗੈਸ, ਮਤਲਬ ਜੇ ਉਹ ਸੋਲਿਡ ਹੈ ਤਾਂ ਕਦੇ ਲਿਕੁਇਡ ਹੋ ਜਾਂਦੇ, ਲਿਕੁਇਡ ਹੈ ਤਾਂ ਗੈਸ ਹੋ ਜਾਂਦੀ, ਗੈਸ ਹੈ ਤਾਂ ਸੋਲਿਡ ਜਾਂ ਲਿਕੁਇਡ ਬਣ ਜਾਂਦੀ ਹੈ। ਚੇਂਜ ਇਨ ਕਲਰ, ਉਹਦੇ ਕਲਰ ਦੇ ਵਿੱਚ ਚੇਂਜ ਆ ਜਾਂਦਾ। ਐਵੋਲਿਊਸ਼ਨ ਆਫ ਗੈਸ, ਉਹਦੇ ਵਿੱਚ ਗੈਸ ਬਣ ਕੇ ਨਿਕਲਦੀ ਆ। ਚੇਂਜ ਇਨ ਟੈਂਪਰੇਚਰ ਐਜ਼ ਸੀਨ ਇਨ ਐਕਟੀਵਿਟੀ 1.3, ਟੈਂਪਰੇਚਰ ਦੇ ਚੇਂਜ ਹੁੰਦਾ। As we observe the changes around us, we can see that there is a large variety of chemical reaction taking place around us। ਕਹਿੰਦੇ ਜਿਵੇਂ ਜਿਵੇਂ ਆਪਾਂ ਚੇਂਜ ਆਪਣੇ ਅਰਾਊਂਡ ਦੇਖਦੇ ਹਾਂ ਕਿ ਆਪਾਂ ਦੇਖਦੇ ਹਾਂ ਕਿ ਤਾਂ ਬਹੁਤ ਜ਼ਿਆਦਾ ਕੈਮੀਕਲ ਰਿਐਕਸ਼ਨ ਹੁੰਦੀਆਂ ਹੈਗੀਆਂ, ਜਿਵੇਂ ਕਿ
ਦੁੱਧ ਤੋਂ ਦਹੀਂ ਬਣਨਾ ਇੱਕ ਕੈਮੀਕਲ ਰਿਐਕਸ਼ਨ ਹੀ ਹੈ ਜੋ ਰਾਤੋਂ ਰਾਤ ਹੋ ਜਾਂਦੀ ਹੈ ਕਿ ਆਪਾਂ ਈਜ਼ਲੀ ਦੇਖ ਨਹੀਂ ਸਕਦੇ, ਅਤੇ ਇਹ ਹੈ ਤਾਂ ਇੱਕ ਕੈਮੀਕਲ ਰਿਐਕਸ਼ਨ ਹੀ ਹੁੰਦੇ ਹੈ ਆਪਣੇ ਅਰਾਊਂਡ। ਵੀ ਵਿਲ ਸਟੱਡੀ ਅਬਾਊਟ ਦ ਵੇਰੀਅਸ ਟਾਈਪਸ ਆਫ ਕੈਮੀਕਲ ਰਿਐਕਸ਼ਨ ਐਂਡ ਦੇਅਰ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਇਨ ਦਿਸ ਚੈਪਟਰ। ਕਹਿੰਦੇ ਇਸ ਚੈਪਟਰ ਦੇ ਵਿੱਚ ਆਪਾਂ ਇਹਨਾਂ ਕੈਮੀਕਲ ਰਿਐਕਸ਼ਨ ਨੂੰ ਪੜ੍ਹਾਂਗੇ ਅਤੇ ਇੱਕ ਸਿੰਬੋਲਿਕ ਰਿਪਰੈਜ਼ੈਂਟੇਸ਼ਨ। ਅਤੇ ਆਪਣੇ ਦਾ ਇਸ ਚੈਪਟਰ ਦਾ ਪਹਿਲਾ ਟੋਪਿਕ ਹੈਗਾ 1.1 ਕੈਮੀਕਲ ਇਕੁਏਸ਼ਨਸ। Activity 1.1 can be described as when a magnesium ribbon is burned in oxygen। ਕਹਿੰਦੇ ਜਦੋਂ ਆਪਾਂ ਮੈਗਨੀਸ਼ੀਅਮ ਰਿਬਨ ਨੂੰ ਐਟਮੋਸਫੇਅਰ ਵਿੱਚ ਬਰਨ ਕਰਦੇ ਹਾਂ ਜਿਹਦੇ ਵਿੱਚ ਕਿ ਆਪਣੇ ਕੋਲ ਆਕਸੀਜਨ ਹੁੰਦੀ ਹੈ, ਆਕਸੀਜਨ ਦੇ ਵਿੱਚ ਬਰਨ ਕਰਦੇ ਇਟ ਕਨਵਰਟਡ ਇਨਟੂ ਮੈਗਨੀਸ਼ੀਅਮ ਆਕਸਾਈਡ, ਜੋ ਕਿ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ 1.1 ਦੇ ਵਿੱਚ। ਦਿਸ ਡਿਸਕ੍ਰਿਪਸ਼ਨ ਆਫ ਆ ਕੈਮੀਕਲ ਰਿਐਕਸ਼ਨ ਇਨ ਅ ਸੈਂਟੈਂਸ ਫਾਰਮ ਆ ਕਲਿਕ ਲੌਂਗ। ਕਹਿੰਦੇ ਜੇਕਰ ਆਪਾਂ ਇਹਨੂੰ ਮਤਲਬ ਸੈਂਟੈਂਸਿਸ ਵਿੱਚ ਲਿਖਣਾ ਹੋਊਗਾ ਤਾਂ ਕਾਫੀ ਲੰਬਾ ਚੱਲ ਜਾਏਗਾ। ਸੋ ਇਟ ਕੈਨ ਬੀ ਰਿਟਨ ਇਨ ਦ ਸ਼ੋਰਟਰ ਫਾਰਮ। ਇਹਨੂੰ ਛੋਟੀ ਫਾਰਮ ਦੇ ਵਿੱਚ ਲਿਖ ਸਕਦਾ। ਦ ਸਿੰਪਲੈਸਟ ਵੇ ਟੂ ਡੂ ਦਿਸ ਇਜ਼ ਟੂ ਰਾਈਟ ਇਟ ਇਨ ਦੀ ਫਾਰਮ ਆਫ ਅ ਵਰਡ ਓਕੇਸ਼ਨ। ਕਹਿੰਦੇ ਜਦੋਂ ਆਪਾਂ ਇਹਨੂੰ ਲਿਖਣਾ ਗਾ ਤਾਂ ਆਪਾਂ ਇਹਨੂੰ ਇੱਕ ਛੋਟੀ ਮਤਲਬ ਸ਼ਬਦਾਂ ਦੀ ਓਕੇਸ਼ਨ ਵਿੱਚ ਲਿਖ ਸਕਦੇ ਹਾਂ, ਜੋ ਕਿ ਹੇਠਾਂ ਗਈ। ਪਹਿਲਾਂ ਆਪਾਂ ਮੈਗਨੀਸ਼ੀਅਮ ਪਲੱਸ ਆਕਸੀਜਨ, ਮਤਲਬ ਜੋ ਆਪਣੇ ਕੋਲ ਰਿਐਕਸ਼ਨ ਹੋਣ ਤੋਂ ਬਾਅਦ ਪਹਿਲਾਂ ਚੀਜ਼ ਹੁੰਦੀ ਆਪਣੇ ਕੋਲ ਕੈਮੀਕਲਸ ਹੁੰਦੇ ਨੇ ਜਾਂ ਆਪਾਂ ਕਹਿ ਸਕਦੇ ਹਾਂ ਆਪਣੇ ਕੋਲ ਸਬਸਟੈਂਸਿਸ ਹੁੰਦੇ ਨੇ। ਰਿਐਕਸ਼ਨ ਹੋਣ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਰਿਐਕਟੈਂਟ ਕਹਿੰਦੇ ਹਾਂ, ਪਰ ਜਦੋਂ ਉਹ ਕੁਛ ਕੰਡੀਸ਼ਨ ਦੇ ਅੰਡਰ ਜਾ ਕੇ ਰਿਐਕਟ ਕਰ ਜਾਂਦੀਆਂ, ਜੋ ਚੀਜ਼ ਆਪਣੇ ਕੋਲ ਬਣ ਕੇ ਆਉਂਦੀ ਉਹਨਾਂ ਨੂੰ ਪ੍ਰੋਡਕਟ ਕਹਿੰਦੇ ਹਾਂ। ਜਿਵੇਂ ਕਿ ਮੈਗਨੀਸ਼ੀਅਮ ਆਪਣੇ ਕੋਲ ਕੀ ਆ, ਰਿਐਕਟੈਂਟ ਆ, ਜੋ ਕਿ ਆਪਾਂ ਉਹਨੂੰ ਬਰਨ ਕੀਤਾ ਹੈ ਇਨ ਦੀ ਪ੍ਰੈਜੈਂਸ ਆਫ ਆਕਸੀਜਨ। ਆਕਸੀਜਨ ਵੀ ਆਪਣੇ ਕੋਲ ਕੀ ਰਿਐਕਟੈਂਟ ਆ। ਜਦੋਂ ਇਹ ਮੈਗਨੀਸ਼ੀਅਮ ਅਤੇ ਆਕਸੀਜਨ ਦੋਨੇ ਰਿਐਕਟ ਕਰਦੀਆਂ ਨੇ, ਇਹ ਦੋਨੇ ਰਿਐਕਟੈਂਟ ਨੇ, ਐਰੋ ਕੀ ਸ਼ੋ ਕਰ ਰਿਹਾ ਕਿ ਰਿਐਕਸ਼ਨ ਹੋ ਰਹੀ ਆ, ਤਾਂ ਆਪਣੇ ਕੋਲ ਪ੍ਰੋਡਕਟ ਕੀ ਬਣ ਕੇ ਆਇਆ, ਮੈਗਨੀਸ਼ੀਅਮ ਆਕਸਾਈਡ। ਕੀ ਆਪਣੇ ਕੋਲ ਪ੍ਰੋਡਕਟ ਬਣ ਗਿਆ ਹੈ ਮੈਗਨੀਸ਼ੀਅਮ ਆਕਸਾਈਡ, ਠੀਕ ਹੈ। ਦ ਸਬਸਟੈਂਸਸ ਡੈਟ ਅੰਡਰਗੋ ਕੈਮੀਕਲ ਚੇਂਜਸ ਇਨ ਰਿਐਕਸ਼ਨ 1.1 ਮੈਗਨੀਸ਼ੀਅਮ ਐਂਡ ਆਕਸੀਜਨ ਆਰ ਦੀ ਰਿਐਕਟੈਂਟਸ। ਕਹਿੰਦੇ ਜੋ ਸਬਸਟੈਂਸ ਕੈਮੀਕਲ ਚੇਂਜ ਦੇ ਅੰਡਰ ਜਾਂਦੇ ਜਦੋਂ ਰਿਐਕਸ਼ਨ ਹੁੰਦੀ ਆ, ਜਿਵੇਂ ਕਿ ਇਹਦੇ ਵਿੱਚ ਮੈਗਨੀਸ਼ੀਅਮ ਅਤੇ ਆਕਸੀਜਨ ਹੈ, ਆਰ ਦੀ ਰਿਐਕਟੈਂਟਸ। ਦ ਨਿਊ ਸਬਸਟੈਂਸ ਇਜ਼ ਮੈਗਨੀਸ਼ੀਅਮ ਆਕਸਾਈਡ। ਜਿਹੜਾ ਬਣ ਕੇ ਆਉਂਦਾ ਗਾ ਫਾਰਮ ਡਿਊਰਿੰਗ ਦ ਰਿਐਕਸ਼ਨ ਦੇ ਦੁਆਰਾ ਜੋ ਰਿਐਕਟੈਂਟ ਤੋਂ ਬਣ ਕੇ ਆਉਂਦਾ ਗਾ, ਜਿਵੇਂ ਕਿ ਇਹਦੇ ਵਿੱਚ ਮੈਗਨੀਸ਼ੀਅਮ ਆਕਸਾਈਡ ਆਉਂਦਾ, ਉਹਨੂੰ ਆਪਾਂ ਪ੍ਰੋਡਕਟ ਕਹਿੰਦੇ ਹਾਂ। A word occasion show changes of reactant to product through an arrow placed between them। ਕਹਿੰਦੇ ਜਿਹੜੀ ਆਪਾਂ ਆ ਸ਼ਬਦਾਂ ਦੀ ਓਕੇਸ਼ਨ ਬਣਾਈ ਹੈ ਨਾ, ਉਹ ਦੱਸਦੀ ਹੈ ਕਿ ਆਪਾਂ ਰਿਐਕਟੈਂਟ ਟੂ ਪ੍ਰੋਡਕਟ ਚੇਂਜ ਕਰ ਰਹੇ ਹਾਂ ਥਰੂ ਕਿਹਦੀ, ਇੱਕ ਐਰੋ ਰਾਹੀਂ। ਮਤਲਬ ਪਹਿਲਾਂ ਰਿਐਕਟੈਂਟ ਦਿੱਤੇ ਹੋਏ ਨੇ, ਮਤਲਬ ਪਲੱਸ ਪਾ ਕੇ ਜਿੰਨੇ ਆਪਣੇ ਕੋਲ ਰਿਐਕਟੈਂਟਸ ਹੋਣਗੇ ਇੱਦਾਂ ਐਰੋ ਲੱਗੀ ਹੋਊਗੀ। ਇਸ ਤੋਂ ਬਾਅਦ ਆਪਾਂ ਜਦੋਂ ਐਰੋ ਲਾ ਕੇ ਆਪਣੇ ਕੋਲ ਜਿਹੜਾ ਐਰੋ ਦੱਸ ਰਿਹਾ ਕਿ ਆਪਣੇ ਕੋਲ ਕੀ ਆ, ਰਿਐਕਸ਼ਨ ਹੋ ਰਹੀ ਆ। The reactions are written on the the reactants are written on the left hand side with the plus sign between them। ਕਹਿੰਦੇ ਜਿਹੜੇ ਰਿਐਕਟੈਂਟ ਹੋਣਗੇ ਉਹ ਆਪਣੇ ਹਮੇਸ਼ਾ ਖੱਬੇ ਹੱਥ ਲਿਖੇ ਜਾਣਗੇ। ਜਿੰਨੇ ਵੀ ਰਿਐਕਟੈਂਟਸ ਹੋਣਗੇ ਮਤਲਬ ਜਿਨ੍ਹਾਂ ਦੀ ਰਿਐਕਸ਼ਨ ਕਰਵਾਉਣੀ ਹੋਊਗੀ ਆਪਾਂ ਕੈਮੀਕਲਸ ਦੀ, ਉਹਨਾਂ ਦੇ ਵਿੱਚ ਪਲੱਸ ਸਾਈਨ ਪਾਵਾਂਗੇ, ਜਿਵੇਂ ਕਿ ਮੈਗਨੀਸ਼ੀਅਮ ਅਤੇ ਆਕਸੀਜਨ ਆ। ਕਹਿੰਦੇ ਸਿਮੀਲਰ ਦਾ ਪ੍ਰੋਡਕਟ ਔਨ ਦਾ ਰਿਟਨ ਔਨ ਦੀ ਰਾਈਟ ਹੈਂਡ ਸਾਈਡ। ਅਤੇ ਜਿਹੜੇ ਆਪਣੇ ਪ੍ਰੋਡਕਟ ਬਣ ਕੇ ਆਉਣਗੇ ਉਹਨਾਂ ਨੂੰ ਆਪਾਂ ਰਾਈਟ ਹੈਂਡ ਸਾਈਡ ਸੱਜੇ ਹੱਥ ਲਿਖਾਂਗੇ ਅਤੇ ਉਹਨਾਂ ਵਿੱਚ ਵੀ ਪਲੱਸ ਦਾ ਸਾਈਨ ਹੀ ਆਵੇਗਾ। ਦ ਐਰੋ ਹੈਡ ਪੁਆਇੰਟਸ ਟੂਵਰਡਸ ਦਾ ਪ੍ਰੋਡਕਟ ਐਂਡ ਸ਼ੋਜ਼ ਦੀ ਡਾਇਰੈਕਸ਼ਨ ਆਫ ਰਿਐਕਸ਼ਨ। ਕਿ ਜਿਹੜਾ ਆਪਾਂ ਐਰੋ ਲਿਖਿਆ ਹੋਇਆ ਗਾ, ਲਗਾਇਆ ਹੋਇਆ ਜਿਹਦਾ ਮੂੰਹ ਐਰੋ ਦਾ ਜਿਸ ਸਾਈਡ ਹੋਊਗਾ ਦਿਖਾਊਗਾ ਕਿ ਉੱਥੋਂ ਪ੍ਰੋਡਕਟ ਉਸ ਰਿਐਕਟੈਂਟ ਦੀ ਸਾਈਡ ਤੋਂ ਪ੍ਰੋਡਕਟ ਆਪਣੇ ਕੋਲ ਬਣ ਕੇ ਆ ਰਿਹਾ। ਕਹਿੰਦੇ ਹੁਣ ਤੱਕ ਤਾਂ ਆਪਾਂ ਜਿਹੜੀ ਇਹ ਓਕੇਸ਼ਨ ਲਿਖੀ ਸੀ, ਇੱਕ ਆਪਾਂ ਇੱਕ ਵਰਡ ਓਕੇਸ਼ਨ ਲਿਖੀ ਸੀ। ਕਹਿੰਦੇ ਹੁਣ ਆਪਾਂ ਕੈਮੀਕਲ ਓਕੇਸ਼ਨ ਨੂੰ ਸਿੰਬੋਲਿਕ ਮਤਲਬ ਇੱਕ ਸਿੰਬਲ ਕੈਮੀਕਲ ਨੂੰ ਇੱਕ ਸਿੰਬਲ ਓਕੇਸ਼ਨ ਦੇ ਵਿੱਚ ਲਿਖਾਂਗੇ। ਸੋ ਇਜ਼ ਦੇਅਰ ਐਨੀ ਅਦਰ ਸ਼ਾਰਟਰ ਵੇ ਟੂ ਰਿਪਰੈਜ਼ੈਂਟ ਅ ਕੈਮੀਕਲ ਓਕੇਸ਼ਨ। ਕਹਿੰਦੇ ਹੋਰ ਵੀ ਕੋਈ ਸ਼ਾਰਟਰ ਵੇ ਹੈਗਾ ਕਿ ਆਪਾਂ ਇਹਨੂੰ ਕੈਮੀਕਲ ਓਕੇਸ਼ਨ ਨੂੰ ਲਿਖ ਸਕਦੇ ਹਾਂ। ਯੈਸ, ਕੈਮੀਕਲ ਓਕੇਸ਼ਨ ਕੈਨ ਬੀ ਮੇਡ ਮੋਰ concise and useful if we use the chemical formula instead of words। ਕਹਿੰਦੇ ਹਾਂ ਲਿਖ ਸਕਦੇ। ਕਹਿੰਦੇ ਜੇਕਰ ਆਪਾਂ ਸ਼ਬਦ ਕੈਮੀਕਲ ਸ਼ਬਦਾਂ ਦੀ ਥਾਂ 'ਤੇ ਮਤਲਬ ਮੈਗਨੀਸ਼ੀਅਮ ਨੂੰ ਸ਼ਬਦਾਂ ਦੇ ਵਿੱਚ ਲਿਖਿਆ ਉਹਦੀ ਥਾਂ 'ਤੇ ਆਪਾਂ ਉਹਦਾ ਫਾਰਮੂਲਾ ਯੂਜ਼ ਕਰ ਲਿਆ। ਫਾਰਮੂਲਾ ਕੀ ਹੈ, Mg ਆਪਣੇ ਕੋਲ ਸੀ, ਲਿਖ ਸਕਦੇ ਆ ਕੈਮੀਕਲ ਓਕੇਸ਼ਨ ਰਿਪਰੈਜ਼ੈਂਟਸ ਆ ਕੈਮੀਕਲ ਰਿਐਕਸ਼ਨ, ਠੀਕ ਹੈ। If we recall the formula of magnesium oxygen and magnesium oxide, the word equation can be written as this, ठीक है। Count and compare the atom of each element on the left hand side and
ਐਂਡ ਦ ਰਾਈਟ ਹੈਂਡ ਸਾਈਡ ਆਫ ਦੀ ਐਰੋ। ਕਹਿੰਦੇ ਹੁਣ ਆਪਾਂ ਕੀ ਕਰਾਂਗੇ ਕਿ ਆਪਣੇ ਕੋਲ ਮੈਗਨੀਸ਼ੀਅਮ ਇੱਕ ਐਲੀਮੈਂਟ ਆ, ਆਕਸੀਜਨ ਆਪਣੇ ਕੋਲ ਐਲੀਮੈਂਟ ਆ, ਇਹਦੇ ਵਿੱਚ ਕਿੰਨੇ ਕਿੰਨੇ ਐਟਮ ਹੋਣਗੇ ਤੁਸੀਂ ਕਾਊਂਟ ਕਰੋ, ਲੈਫਟ ਹੈਂਡ ਸਾਈਡ 'ਤੇ ਵੀ ਰਾਈਟ ਹੈਂਡ ਸਾਈਡ 'ਤੇ ਵੀ। ਠੀਕ ਹੈ, ਮੈਗਨੀਸ਼ੀਅਮ ਦਾ ਆਪਣੇ ਕੋਲ ਲੈਫਟ ਹੈਂਡ ਸਾਈਡ ਜੋ ਕਿ ਰਿਐਕਟੈਂਟਸ ਦੀ ਸਾਈਡ ਆ, ਆਪਣੇ ਕੋਲ ਕਿੰਨੇ ਐਲੀਮੈਂਟਸ ਨੇ, ਐਲੀਮੈਂਟ ਆ ਇੱਕ ਮੈਗਨੀਸ਼ੀਅਮ ਐਲੀਮੈਂਟ ਦਾ ਕਿੰਨਾ ਐਟਮ ਆ, ਇੱਕ ਆ। ਠੀਕ ਹੈ, ਰਿਐਕਟੈਂਟਸ ਦੀ ਸਾਈਡ 'ਤੇ ਆਪਣੇ ਕੋਲ ਜੋ ਆਕਸੀਜਨ ਆ ਉਹਦੇ ਆਪਣੇ ਕੋਲ ਉਸ ਐਲੀਮੈਂਟ ਦੇ ਕਿੰਨੇ ਆਈਟਮਸ ਨੇ, 2। ਫਿਰ ਕਹਿੰਦੇ ਪ੍ਰੋਡਕਟ ਬਣ ਕੇ ਆਉਂਦੇ ਤਾਂ ਉਹਦੀ ਸਾਈਡ 'ਤੇ ਮੈਗਨੀਸ਼ੀਅਮ ਐਲੀਮੈਂਟ ਦਾ ਕਿੰਨੇ ਆਈਟਮ ਆ, 1, ਆਕਸੀਜਨ ਦਾ 1। ਠੀਕ ਹੈ, ਸਿਰਫ ਦੇਖੋ ਕੀ ਕਹਿੰਦੇ ਇਹ ਦੋਨੇ ਇਜ਼ ਦਾ ਨੰਬਰ ਆਫ ਐਟਮਸ ਆਫ ਈਚ ਐਲੀਮੈਂਟ ਦੀ ਸੇਮ ਔਨ ਦੀ ਬੋਥ ਸਾਈਡ, ਕਿ ਦੋਨੇ ਪਾਸੇ ਸੇਮ ਨੇ ਨੰਬਰ ਆਫ ਐਟਮਸ ਨਹੀਂ, ਕਿਉਂਕਿ ਮੈਗਨੀਸ਼ੀਅਮ ਦੀ ਤਾਂ ਸੇਮ ਆ ਬਟ ਆਕਸੀਜਨ ਦੇ ਵਿੱਚ ਕੀ ਆ ਰਿਹਾ, ਇੱਕ ਪਾਸੇ 2 ਆ ਇੱਕ ਪਾਸੇ 1। ਠੀਕ ਆ, ਇਫ ਯੈਸ ਦੈਨ ਦਾ ਇਕੁਏਸ਼ਨ ਇਜ਼ ਬੈਲੈਂਸ। ਕਹਿੰਦੇ ਜੇ ਹੁੰਦੇ, ਜੇ ਮੈਗਨੀਸ਼ੀਅਮ ਦਾ ਵੀ 1 ਆ, ਆਕਸੀਜਨ ਦਾ ਵੀ ਰਿਐਕਟੈਂਟ ਦੀ ਸਾਈਡ 'ਤੇ 2 ਆ, 1 ਹੁੰਦਾ ਤੇ ਦੋਨੇ ਪਾਸੇ ਸੇਮ ਹੁੰਦੇ। ਹਾਲਾਂਕਿ ਇੱਥੇ ਆਕਸੀਜਨ ਦਾ 1 ਦਾ ਡਿਫਰੈਂਸ ਆ ਰਿਹਾ ਹੈਗਾ ਜੋ ਕਿ ਬੈਲੈਂਸ ਇਕੁਏਸ਼ਨ ਨਹੀਂ ਹੈਗੀ। ਕਹਿੰਦੇ ਜੇ ਇੱਦਾਂ ਹੁੰਦਾ ਤਾਂ ਆਪਾਂ ਕਹਿ ਦਿੰਦੇ ਕਿ ਇਕੁਏਸ਼ਨ ਬੈਲੈਂਸ ਆ। ਠੀਕ ਹੈ, ਇਫ ਨੋਟ ਦੈਨ ਦਾ ਇਕੁਏਸ਼ਨ ਇਜ਼ ਅਨਬੈਲੈਂਸਡ। ਕਹਿੰਦੇ ਨਹੀਂ ਹੈਗੇ ਤਾਂ ਆਪਾਂ ਇਕੁਏਸ਼ਨ ਨੂੰ ਅਨਬੈਲੈਂਸ ਕਹਿਤਾ, ਬਿਕੋਜ਼ ਦਾ ਮਾਸ ਇਜ਼ ਨੋਟ ਦੀ ਸੇਮ ਔਰ ਦਾ ਬੋਥ ਸਾਈਡਸ ਆਫ ਦੀ ਇਕੁਏਸ਼ਨ, ਕਿਉਂਕਿ ਮਾਸ ਦੋਨਾਂ ਸਾਈਡ 'ਤੇ ਐਟਮਸ ਦਾ ਸੇਮ ਨਹੀਂ ਆ ਰਿਹਾ। ਸੱਚ ਅ ਕੈਮੀਕਲ ਰਿਐਕਸ਼ਨ ਇਜ਼ ਸਕੈਲਟਨ ਕੈਮੀਕਲ ਇਕੁਏਸ਼ਨ ਫਾਰ ਅ ਰਿਐਕਸ਼ਨ। ਇਹ ਜਿਹੜੀ ਇਹ ਕੈਮੀਕਲ ਇਕੁਏਸ਼ਨ ਆ ਉਹਨੂੰ ਆਪਾਂ ਸਕੈਲਟਨ ਕੈਮੀਕਲ ਇਕੁਏਸ਼ਨ ਕਹਿ ਦਾਂਗੇ ਰਿਐਕਸ਼ਨ ਦੀ। ਮਤਲਬ ਜਿਹਦੇ ਵਿੱਚ ਅਨਬੈਲੈਂਸ ਕੈਮੀਕਲ ਇਕੁਏਸ਼ਨ ਆ ਜਾਵੇ, ਜਿਹਦੇ ਵਿੱਚ ਐਲੀਮੈਂਟਸ ਦੇ ਐਟਮਸ ਦਾ ਮਾਸ ਸੇਮ ਨਾ ਹੋਵੇ, ਆਪਾਂ ਉਸ ਕੈਮੀਕਲ ਰਿਐਕਸ਼ਨ ਜਿਹੜੀ ਇਕੁਏਸ਼ਨ ਹੋਊਗੀ ਉਹਨੂੰ ਆਪਾਂ ਕੀ ਕਹਿ ਦਾਂਗੇ, ਸਕੈਲਟਨ ਇਕੁਏਸ਼ਨ ਕੈਮੀਕਲ ਇਕੁਏਸ਼ਨ ਫਾਰ ਅ ਰਿਐਕਸ਼ਨ ਕਹਿ ਦਾਂਗੇ। ਠੀਕ ਹੈ, ਹੁਣ ਜਿਹੜੀ ਆਪਾਂ 1.2 ਲੈ ਕੇ ਚੱਲੇ ਆ ਨਾ, ਆਹ ਵਾਲੀ Mg plus O2 this changes into product MgO। ਇਹ ਇੱਕ ਸਕੈਲਟਲ ਇਕੁਏਸ਼ਨ ਆ ਗਈ, ਮਤਲਬ ਅਨਬੈਲੈਂਸ ਆ ਗਈ। ਹੁਣ ਮਤਲਬ ਆਪਾਂ ਇਹ ਤਾਂ ਸਟੱਡੀ ਕਰ ਲਿਆ ਕਿ ਬੈਲੈਂਸ ਅਨਬੈਲੈਂਸ ਇਕੁਏਸ਼ਨਸ ਕਿਹੜੀਆਂ ਨੇ। ਹੁਣ ਆਪਾਂ ਸਟੱਡੀ ਕਰਾਂਗੇ ਕਿ ਬੈਲੈਂਸ ਕੈਮੀਕਲ ਇਕੁਏਸ਼ਨ। ਕਹਿੰਦੇ ਬੈਲੈਂਸ ਕਿਹੜੀਆਂ ਹੁੰਦੀਆਂ ਨੇ ਅਤੇ ਉਹਨਾਂ ਨੂੰ ਆਪਾਂ ਬੈਲੈਂਸ ਕਿੱਦਾਂ ਕਰ ਸਕਦੇ ਹਾਂ। ਮਤਲਬ ਆਪਾਂ ਹੁਣ ਸਟੱਡੀ ਕਰ ਲਿਆ ਬੈਲੈਂਸ, ਜੇ ਬੈਲੈਂਸ ਆ ਦੈਨ ਕੋਈ ਪ੍ਰੋਬਲਮ ਨਹੀਂ। ਕਹਿੰਦੇ ਜੇ ਆਪਣੇ ਕੋਲ ਹੁਣ ਅਨਬੈਲੈਂਸ ਕੈਮੀਕਲ ਇਕੁਏਸ਼ਨ ਆਉਂਦੀ ਤਾਂ ਉਹਨਾਂ ਨੂੰ ਕਿਵੇਂ ਬੈਲੈਂਸ ਕਰਦੇ ਆ, ਹੁਣ ਆਪਾਂ ਉਹ ਸਟੱਡੀ ਕਰਾਂਗੇ। ਠੀਕ ਹੈ, recall the law of conservation of the mass that you studied in class 9 that the mass neither be created। ਇੱਥੇ ਮਾਸ ਆਊਗਾ ਕੋਮਾ ਪਾ ਕੇ, ਮਾਸ ਕਲਾਸ 9 ਤੋਂ ਬਾਅਦ ਮਾਸ ਕੈਨ ਨਾਈਦਰ ਵੀ ਕ੍ਰੀਏਟਡ ਨੋਟ ਵੀ ਡਿਸਟਰੋਇਡ ਇਨ ਅ ਕੈਮੀਕਲ ਰਿਐਕਸ਼ਨ। ਕਹਿੰਦੇ ਆਪਾਂ ਕਲਾਸ 9 ਦੇ ਵਿੱਚ ਸਟੱਡੀ ਕਰ ਚੁੱਕੇ ਹਾਂ, ਮਾਸ ਨੂੰ ਨਾ ਤਾਂ ਆਪਾਂ ਬਣਾ ਸਕਦੇ ਹਾਂ ਨਾ ਖ਼ਤਮ ਕਰ ਸਕਦੇ ਹਾਂ। ਸੌਰੀ ਇੱਥੇ ਨਾ 2-3 ਸ਼ਬਦ ਰਹਿ ਗਏ ਨੇ, ਵਰਡਸ ਤਾਂ ਦੇਖ ਲਿਓ। ਇਹ ਦੂੰਗਾ ਡੈਟ ਇਜ਼, ਠੀਕ ਹੈ, ਦਾ, ਫਿਰ ਇਹ ਦੂੰਗਾ ਨਿਊ ਲਾਈਨ the total mass of the element present in the product of chemical reaction has to equal to total mass of element present in the reactants। ਕਹਿੰਦੇ ਆਪਾਂ ਕੈਮੀਕਲ ਰਿਐਕਸ਼ਨ ਦੇ ਵਿੱਚ ਕੀ ਦੇਖਾਂਗੇ, ਜਿਹੜਾ ਟੋਟਲ ਮਾਸ ਆਫ ਐਲੀਮੈਂਟ ਪ੍ਰੈਜ਼ੈਂਟ ਦੀ ਪ੍ਰੋਡਕਟ ਆਫ ਕੈਮੀਕਲ ਰਿਐਕਸ਼ਨ, ਜਿਹੜਾ ਪ੍ਰੋਡਕਟ ਦਾ ਕੈਮੀਕਲ ਰਿਐਕਸ਼ਨ ਦੇ ਜੋ ਪ੍ਰੋਡਕਟ ਆ ਰਿਹਾ ਨਾ ਉਹਦਾ ਮਾਸ, ਟੋਟਲ ਮਾਸ ਹਮੇਸ਼ਾ ਰਿਐਕਟੈਂਟਸ ਦੇ ਟੋਟਲ ਮਾਸ ਦੇ ਇਕੁਅਲ ਹੀ ਹੋਣਾ ਚਾਹੀਦਾ ਹੈ, ਤਾਂ ਹੀ ਆਪਾਂ ਉਹਨੂੰ ਬੈਲੈਂਸ ਇਕੁਏਸ਼ਨ ਕਹਿੰਦੇ ਆ। ਨੈਕਸਟ, ਇਨ ਅਦਰ ਵਰਡਸ, ਸੌਰੀ ਸਟੂਡੈਂਟਸ ਇੱਥੇ ਨਾ ਮਤਲਬ ਮੇਰੇ ਇੱਥੇ ਹੀ ਗਲਤੀ ਹੋ ਗਈ ਕਿ ਮੈਂ ਪ੍ਰੋਪਰਲੀ ਸਕੈਨ ਨਹੀਂ ਕਰ ਪਾਈ, ਮਤਲਬ ਕੁਛ ਵਰਡ ਰਹਿ ਗਏ ਤਾਂ ਮੈਂ ਬੋਲ ਦੂੰਗੀ ਤਾਂ ਤੁਸੀਂ ਲਿਖ ਲਿਓ, ਦੇਖ ਲਿਓ। ਸੌਰੀ, recall the law of in other words the number of atom of each element remain the same before and after the chemical reaction। ਕਹਿੰਦੇ ਜਿਹੜੇ the number of atom of ਕਿਸੇ ਵੀ ਐਲੀਮੈਂਟ ਦੇ ਆਪਾਂ ਨੰਬਰ ਆਫ ਐਟਮ ਲੈਂਦੇ ਹਾਂ ਉਹ ਹਮੇਸ਼ਾ ਸੇਮ ਰਹਿਣਗੇ ਬਿਫੋਰ ਐਂਡ ਆਫਟਰ ਦਾ ਕੈਮੀਕਲ ਰਿਐਕਸ਼ਨ। ਮਤਲਬ ਉਹਦਾ ਮਾਸ ਸੇਮ ਰਹਿੰਦਾ ਗਾ, ਕਦੇ ਡਿਸਟਰੋਇਡ ਨਹੀਂ ਹੁੰਦਾ, ਕ੍ਰੀਏਟ ਨਹੀਂ ਹੁੰਦਾ, ਤਾਂ ਕਰਕੇ ਆਪਾਂ ਉਹਨੂੰ ਬੈਲੈਂਸ ਕਰਨ ਲਈ ਕਿ ਨੰਬਰਿੰਗ ਮਤਲਬ ਉਹਨੂੰ ਮਲਟੀਪਲਾਈ ਕਰਦਾ ਰਹਾਂਗੇ, ਜੋ ਕਿ ਆਪਾਂ ਅੱਗੇ ਦੱਸੂ ਮੈਂ ਤੁਹਾਨੂੰ, ਅਤੇ ਉਹ ਸੇਮ ਰਹਿੰਦੇ ਨੇ। ਹੈਂਸ ਵੀ ਨੀਡ ਟੂ ਬੈਲੈਂਸ ਦਾ ਸਕੈਲਟਨ ਕੈਮੀਕਲ ਇਕੁਏਸ਼ਨ। ਇਜ਼ ਦਾ ਕੈਮੀਕਲ ਇਕੁਏਸ਼ਨ 1.2 ਇਜ਼ ਬੈਲੈਂਸ। ਦੱਸਿਓ ਦੇਖ ਕੇ ਕਿ ਉਹ ਬੈਲੈਂਸ ਹੈ ਜਾਂ ਨਹੀਂ, ਉਹ ਬੈਲੈਂਸ ਨਹੀਂ ਹੈਗੀ। ਬਹੁਤ ਸਿੰਪਲ ਆ ਗਈ, ਮੈਂ ਤੁਹਾਨੂੰ ਇੱਕ ਨੈਕਸਟ ਇਕੁਏਸ਼ਨ ਜੋ ਦਿੱਤੀ ਹੋਈ ਹੈ ਬੈਲੈਂਸ, ਮੈਂ ਤੁਹਾਨੂੰ ਉਹ ਕਰਕੇ ਦਿਖਾ ਦੂੰਗੀ।
तो बहुत जी उपरली 1.2 बहुत ईजिली हो जूगी बैलेंस। तुसी करके देख लियो, जो कोई डाउट आया तो पूछ लियो, ठीक है। सो let us learn about to balance let us learn about balancing of a chemical equation step by step। देखते हैं step by step। the word equation for activity 1.3 may be represented as ਜਿਹੜੀ ਐਕਟੀਵਿਟੀ 1.3 ਉਹਦੇ ਵਿੱਚ ਆਪਾਂ ਉਸ ਜਿਹੜੀ ਉਹਦੇ ਵਿੱਚ ਕਿਹੜੀ ਰਿਐਕਸ਼ਨ ਹੋ ਰਹੀ ਆ ਉਹਨੂੰ ਪਹਿਲਾਂ ਆਪਾਂ ਸ਼ਬਦਾਂ ਦੀ ਇਕੁਏਸ਼ਨ ਰਾਹੀਂ ਇੱਦਾਂ ਰਿਪਰੈਜ਼ੈਂਟ ਕਰਦੇ। ਜਿੰਕ ਸੀ ਆਪਣੇ ਕੋਲ, ਫਿਰ ਆਪਾਂ ਉਹਦੇ ਸਲਫਿਊਰਿਕ ਐਸਿਡ ਪਾਇਆ, जिंक प्लस सल्फ्यूरिक एसिड अपने को रिएक्टेंट्स ने, फिर आप एरो दिखाया मतलब कि रिएक्शन हो रही है, जाके अपने को की बन रहा है जिंक सल्फेट प्लस हाइड्रोजन जो कि अपने को प्रोडक्ट आ देखो मैं तुहानू कहा सी रिएक्टेंट दे विच जो भी तुहाडे कोल एलीमेंट्स होणगे है ना उन्होंने प्लस के साइन में रिप्रजेंट करांगे, तो जो प्रोडक्ट के होणगे वो भी प्लस के साइन। जो रिएक्टेंट्स होणगे वो अपने को हमेशा लैफ्ट हैंड साइड पर होणगे, प्रोडक्ट्स हमेशा अपने को राइट हैंड साइड पर। एरो शो करूँगा कि अपनी कैमिकल रिएक्शन किहड़ी डायरैक्शन में हो रही है, मतलब हुण ये रिएक्टेंट तो प्रोडक्ट में भी जा रही है। कुछ रिएक्शन होंगे जो प्रोडक्ट्स तो रिएक्टेंट में भी जा सकती, मतलब रिवर्स भी हो सकती, ठीक है। द अवर वर्ड इक्वेशन मे भी रिप्रजेंट यूजिंग द कैमिकल इक्वेशन। कहते हैं जो हम आप कैमिकल फॉर्मूला वगैरह नाल रिप्रजेंट करना हो तो उन्होंने इदा कर सकते उपरली इक्वेशन। जिंक का फॉर्मूला होंगे ZN, सल्फ्यूरिक एसिड में आप H2SO4 कह सकते हैं। तो जो एरो हो रहा मतलब रिएक्शन अपनी ऑकर कर रही है तो बन गया जिंक सल्फेट प्लस हाइड्रोजन। कहते चलो देख लें हम आप देखते हैं कि अपनी को लोकेशन बैलेंस अंत नहीं। जो हूँ आप ना चैक करना हो कि लोकेशन बैलेंस है या नहीं तो आप ये कर देंगे आप एक ना स्टार्टिंग आप टेबल बना लें। देखो टेबल के मोस्टली तीन बॉक्सिस लेने पहला एलीमेंट आप देखा कि रिएक्शन के एलीमेंट्स है कि ने। एक तो जिंक ZN, हाइड्रोजन SO सल्फर ऑक्सीजन सॉरी। फिर आप लिखांगे कि जेडे आप एलीमेंट्स लैते हैं ना पहला लिखांगे कि पहले कॉलम के सॉरी फर्स्ट कॉलम हो गया, सैकेंड कॉलम के आप देखांगे कि नंबर ऑफ एटम्स इन रिएक्टेंट्स मतलब लैफ्ट हैंड साइड जोड़ा हूँ आप किन्ने एटम्स ने, मतलब जो एलीमेंट आप जिंक लैता वो किन्ने एटम ने किन्ने ने। एक ने रिएक्टेंट की साइड लैफ्ट हैंड साइड एक एटम आ किदा जिंक का। फिर आप हाइड्रोजन के चैक करांगे किन्ने बनते हैं 2, फिर आप करांगे सल्फर के किन्ने बनते हैं 1, ऑक्सीजन के 4, ठीक है। ध्यान नाल देखो नंबर ऑफ एटम्स इन प्रोडक्ट राइट हैंड साइड। फिर आप देखांगे कि जो हुण आप प्रोडक्ट्स की साइड आ जाने मतलब जो अपने राइट हैंड साइड आ इक्वेशन 1.3 ध्यान नाल देखो तो ये देखो कि जिंक का किन्ने आ 1, सल्फर का किन्ना 1, ऑक्सीजन के किन्ने 4 तो हाइड्रोजन के किन्ने 1।